Good morning, dear students. I hope you and your families are fine and safe. I welcome you to this session. Today, we are going to study Section C, Chapter 1. The name of the chapter is The School for Sympathy. It has been written by E.V. Lucas. ਪਿਆਰੇ ਵਿਦਿਆਰਥੀਓ, ਆਸ ਹੈ ਤੁਸੀਂ ਤੇ ਤੁਹਾਡਾ ਪਰਿਵਾਰ ਬਿਲਕੁਲ ਸੁਰੱਖਿਅਤ ਅਤੇ ਸਵਸਥ ਹੋਵੋਗੇ। ਆਓ ਅੱਜ ਅਸੀਂ ਸੈਕਸ਼ਨ ਸੀ ਦੇ ਪਹਿਲੇ ਪਾਠ ਨੂੰ ਚੰਗੀ ਤਰ੍ਹਾਂ ਸਮਝ ਲਈਏ ਤੇ ਪੜ੍ਹ ਲਈਏ। ਇਸ ਸੈਸ਼ਨ ਵਿੱਚ ਤੁਹਾਨੂੰ ਇਸ ਪਾਠ ਬਾਰੇ, ਇਸ ਦੇ ਔਖੇ ਸ਼ਬਦ ਅਰਥਾਂ ਬਾਰੇ ਅਤੇ ਇਸ ਵਿਚਲੇ ਪ੍ਰਸ਼ਨ ਉੱਤਰਾਂ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਏਗੀ। This chapter is about a beautiful school which looks like a normal school, but it is unique in its own way and it was famous for that. The writer had heard a lot about this school, so he went to this school to find out what is unique there. ਇਹ ਪਾਠ ਇੱਕ ਅਜਿਹੇ ਸਕੂਲ ਬਾਰੇ ਹੈ ਜੋ ਬਾਕੀ ਸਕੂਲਾਂ ਨਾਲੋਂ ਬਿਲਕੁਲ ਹੀ ਵੱਖਰਾ ਸੀ। ਦੇਖਣ ਵਿੱਚ ਭਾਵੇਂ ਉਹ ਆਮ ਸਕੂਲ ਹੀ ਲੱਗਦਾ ਸੀ, ਪਰ ਉਸ 'ਚ ਕੋਈ ਨਾ ਕੋਈ ਅਜਿਹੀ ਖਾਸ ਚੀਜ਼ ਸੀ ਜਿਸ ਕਾਰਨ ਉਹ ਬਹੁਤ ਮਸ਼ਹੂਰ ਸੀ। ਲੇਖਕ ਨੂੰ ਬਹੁਤ ਜ਼ਿਆਦਾ ਜ਼ਰੂਰਤ ਮਹਿਸੂਸ ਹੋਈ ਕਿ ਕਿਉਂ ਨਾ ਸਕੂਲ ਜਾ ਕੇ ਇਸ ਸਕੂਲ ਨੂੰ ਚੰਗੀ ਤਰ੍ਹਾਂ ਦੇਖਿਆ ਜਾਵੇ ਤੇ ਸਮਝਿਆ ਜਾਵੇ। ਆਓ ਅਸੀਂ ਵੀ ਈਵੀ ਲਿਊਕਸ ਨਾਲ ਇਸ ਸਕੂਲ ਦੀ ਸੈਰ ਕਰੀਏ। ਈਵੀ ਲਿਊਕਸ ਇੱਕ ਮਹਾਨ ਲੇਖਕ ਹੋਏ ਹਨ ਜਿਨ੍ਹਾਂ ਨੇ ਖੁਦ ਜਾ ਕੇ ਇਸ ਸਕੂਲ ਦੇ ਵਿੱਚ ਇਸ ਸਕੂਲ ਨੂੰ ਦੇਖਿਆ, ਜਾਂਚਿਆ ਅਤੇ ਇਸ ਦੇ ਬਾਰੇ ਉਲੇਖ ਕੀਤਾ। You can see on screen one of his famous views. I have noticed that people who are late are often so much jollier than the people who have to wait for them. ਸੋ ਉਹਨਾਂ ਦੇ ਵਿਚਾਰ ਕੁਝ ਅਜਿਹੇ ਸਨ ਕਿ ਜਿਹੜੇ ਲੋਕ ਦੂਸਰਿਆਂ ਨੂੰ ਇੰਤਜ਼ਾਰ ਕਰਵਾਉਂਦੇ ਹਨ ਤੇ ਅਕਸਰ ਲੇਟ ਆਉਂਦੇ ਹਨ, ਉਹ ਜ਼ਿਆਦਾ ਖੁਸ਼ ਹੁੰਦੇ ਹਨ ਉਹਨਾਂ ਦੇ ਮੁਕਾਬਲੇ ਜਿਹੜੇ ਲੋਕਾਂ ਨੂੰ ਇੰਤਜ਼ਾਰ ਕਰਨਾ ਪੈਂਦਾ ਹੈ। ਹੁਣ ਤੁਸੀਂ ਇਸ ਚੀਜ਼ ਦੇ ਉੱਤੇ ਥੋੜ੍ਹਾ ਗੌਰ ਕਰਨ ਤੋਂ ਬਾਅਦ ਸਿੱਧੇ ਮੇਰੇ ਨਾਲ ਚੱਲੋ ਇਸ ਪਾਠ ਵੱਲ। First of all, we'll go through the glossary because we want to understand the lesson and the text. So I will tell you the meanings of a few words that will be a part of your text. First is evidently. Evidently means clearly. ਕੋਈ ਵੀ ਚੀਜ਼ ਜੋ ਸਾਫ਼-ਸਾਫ਼ ਨਜ਼ਰ ਆਉਂਦੀ ਹੈ। Second is authoritative. Authoritative means showing that you expect people to obey and respect you. Authoritative ਦਾ ਮਤਲਬ ਹੁੰਦਾ ਹੈ ਕੋਈ ਵੀ ਅਜਿਹਾ ਇਨਸਾਨ ਜੋ ਇੰਨਾ ਰੋਬਦਾਰ ਹੋਵੇ ਕਿ ਲੋਕ ਉਸ ਦੀ ਇੱਜ਼ਤ ਵੀ ਕਰਨ ਤੇ ਉਸ ਦੀ ਗੱਲ ਵੀ ਮੰਨਣ। Number 3, scholastic. Related to schools, teaching and academics. ਤੀਸਰੇ ਨੰਬਰ ਤੇ ਜੋ ਸ਼ਬਦ ਹੈ ਇਹ ਹੈ ਸਕੋਲੈਸਟਿਕ। ਇਸ ਦਾ ਮਤਲਬ ਹੈ ਕੋਈ ਵੀ ਚੀਜ਼ ਜੋ ਸਕੂਲ ਨਾਲ ਜੁੜੀ ਹੁੰਦੀ ਹੈ, ਚਾਹੇ ਉਹ ਸਕੂਲ ਦੇ ਪੜ੍ਹਾਉਣ ਦੇ ਢੰਗ ਤਰੀਕਿਆਂ ਦੀ ਗੱਲ ਹੋਵੇ ਜਾਂ ਉਸ ਸਕੂਲ ਦੇ ਵਿੱਚ ਵਿੱਦਿਆ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਹੋਵੇ। Number 4, application. The practical use of something. ਸੋ ਇੱਕ ਐਪਲੀਕੇਸ਼ਨ ਦਾ ਅਰਥ ਤੁਸੀਂ ਜਾਣਦੇ ਹੋ ਜੋ ਬੜਾ ਮਸ਼ਹੂਰ ਹੈ, ਅਰਜ਼ੀ। ਪਰ ਇੱਥੇ ਐਪਲੀਕੇਸ਼ਨ ਦਾ ਮਤਲਬ ਕੀ ਹੈ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਦਾ ਇਸਤੇਮਾਲ ਪ੍ਰਯੋਗੀ ਤੌਰ 'ਤੇ ਕਰਦੇ ਹਾਂ, ਆਪਣੀ ਕਿਸੇ ਸਿੱਖਿਆ, ਕਿਸੇ ਜਾਣਕਾਰੀ ਦਾ ਇਸਤੇਮਾਲ ਪ੍ਰਯੋਗ ਦੇ ਰੂਪ ਵਿੱਚ ਕਰਦੇ ਹਾਂ। Number 5, discourse. Discourse ਦਾ ਮਤਲਬ ਹੁੰਦਾ ਬੱਚਿਓ ਸਪੀਚ ਔਰ ਲੈਕਚਰ, ਭਾਸ਼ਣ, ਗੱਲਬਾਤ ਜਿਸ ਦੇ ਵਿੱਚ ਇੱਕ ਧਿਰ ਬੋਲਦੀ ਹੈ ਤੇ ਦੂਸਰੀ ਧਿਰ ਸੁਣਦੀ ਹੈ। Number 6, instill. It means to gradually make somebody feel or think.
ਇਨਸਟਿਲ ਦਾ ਮਤਲਬ ਹੈ ਕਿਸੇ ਨੂੰ ਹੌਲੀ ਹੌਲੀ ਕਿਸੇ ਚੀਜ਼ ਨੂੰ ਮਹਿਸੂਸ ਕਰਵਾਉਣਾ ਤੇ ਇੱਕ ਖਾਸ ਤਰ੍ਹਾਂ ਦੀ ਸੋਚ ਇਖਤਿਆਰ ਕਰਨ ਲਈ ਤਿਆਰ ਕਰ ਦੇਣਾ। Number 7 word is execution, the act of doing a piece of work. Execution means ਕਿਸੇ ਚੀਜ਼ ਨੂੰ ਲਾਗੂ ਕਰਨਾ। ਸਾਨੂੰ ਪਤਾ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਨਾ ਹੁੰਦਾ ਹੈ, first of all we plan and then execute that plan. ਪਹਿਲਾਂ ਅਸੀਂ ਕਿਸੇ ਚੀਜ਼ ਦੀ ਤਿਆਰੀ ਕਰਦੇ ਹਾਂ ਤੇ ਫਿਰ ਉਸ ਤਿਆਰੀ ਅਨੁਸਾਰ ਕੰਮ ਕਰਦੇ ਹਾਂ। ਇਸ ਚੀਜ਼ ਨੂੰ ਅਸੀਂ execution ਕਹਿੰਦੇ ਹਾਂ। Number 8 perplexes. Perplexes means puzzles. ਇਸ ਦਾ ਮਤਲਬ ਹੈ ਕੋਈ ਵੀ ਚੀਜ਼ ਜਿਹੜੀ ਸਾਨੂੰ ਉਲਝਾ ਦਿੰਦੀ ਹੈ ਜਾਂ ਭਰਮਾ ਦਿੰਦੀ ਹੈ। Number 9 plight. It means difficult condition. plight ਦਾ ਮਤਲਬ ਹੈ ਕੋਈ ਔਖੀ ਤਰ੍ਹਾਂ ਦੀ ਕੰਡੀਸ਼ਨ, ਔਖੇ ਤਰ੍ਹਾਂ ਦੇ ਹਾਲਾਤ। ਅੱਜ ਕੱਲ੍ਹ ਵੀ ਅਸੀਂ ਇੱਕ ਤਰ੍ਹਾਂ ਦੀ ਡਿਫਿਕਲਟ ਕੰਡੀਸ਼ਨ ਵਿੱਚੋਂ ਲੰਘ ਰਹੇ ਹਾਂ, ਕਰੋਨਾ ਵਾਇਰਸ ਵਾਲੀ। Number 10 in a nutshell. It means as brief as possible. ਜਦੋਂ ਅਸੀਂ ਕਿਸੇ ਨੂੰ ਕਹਿਣਾ ਹੋਵੇ ਕਿ ਘੱਟ ਤੋਂ ਘੱਟ ਸ਼ਬਦਾਂ 'ਚ ਗੱਲ ਕਰੋ ਜਾਂ ਅਸੀਂ ਖੁਦ ਆਪਣੀ ਗੱਲ ਨੂੰ ਘੱਟ ਤੋਂ ਘੱਟ ਸ਼ਬਦਾਂ 'ਚ ਸਮੇਟ ਰਹੇ ਹੋਈਏ ਤਾਂ ਅਸੀਂ ਕਹਾਂਗੇ in a nutshell. 11th privation. Privation means loss, absence or being deprived. ਜਦੋਂ ਕਿਸੇ ਚੀਜ਼ ਤੋਂ ਸਾਨੂੰ ਦੂਰ ਰੱਖਿਆ ਜਾਂਦਾ ਹੈ ਜਾਂ ਕੋਈ ਕਮੀ ਹੁੰਦੀ ਹੈ ਜਾਂ ਕੋਈ ਚੀਜ਼ ਕਿਤੋਂ ਗੈਰ ਹਾਜ਼ਰ ਹੁੰਦੀ ਹੈ। Next is affliction. Affliction means pain and suffering or something that causes it. Affliction ਦਾ ਮਤਲਬ ਹੁੰਦਾ ਹੈ ਬੱਚਿਓ ਦਰਦ, ਦੁੱਖ ਜਾਂ ਤਕਲੀਫ। 13 apparent means clearly understood. ਇਸ ਦਾ ਮਤਲਬ ਹੈ ਜਦੋਂ ਅਸੀਂ ਪੂਰੀ ਤਰ੍ਹਾਂ ਕਿਸੇ ਚੀਜ਼ ਨੂੰ ਸਮਝ ਲਈਏ। 14th number ghastly. It means horrible. यानी कि बहुत ही भयंकर, भूतिया, डरावना। 15 dodging. Moving quickly and suddenly to one side in order to avoid something. ਕਈ ਵਾਰ ਬੱਚੋ ਤੁਰਦੇ ਤੁਰਦੇ ਕੋਈ ਚੀਜ਼ ਸਾਹਮਣੇ ਆ ਜਾਂਦੀ ਹੈ ਤੇ ਅਸੀਂ ਝਟਕ ਕੇ ਇੱਕ ਪਾਸੇ ਨੂੰ ਹੋ ਜਾਂਦੇ ਹਾਂ, ਤਾਂ ਉਹ ਜਿਹੜੀ ਕੁਇਕ ਮੂਵਮੈਂਟ ਹੁੰਦੀ ਹੈ ਉਸਨੂੰ ਅਸੀਂ ਡੋਜਿੰਗ ਕਹਿੰਦੇ ਹਾਂ। Number 16 notion. An idea, a belief. Notion ਦਾ ਮਤਲਬ ਵਿਦਿਆਰਥੀਓ ਹੁੰਦਾ ਹੈ ਕੋਈ ਵਿਚਾਰ ਜਾਂ ਲੋਕਾਂ ਦੇ ਅੰਦਰ ਅਗਰ ਕਿਸੇ ਚੀਜ਼ ਨੂੰ ਲੈ ਕੇ ਕੋਈ ਮਾਨਤਾ ਹੈ। 17th word is woe. Woe means sorrow or trouble. ਕੋਈ ਦੁੱਖ ਜਾਂ ਕੋਈ ਮੁਸੀਬਤ। Now we are going towards a brief summary of the chapter. As I told you earlier that this was a famous school and the writer visits the school. Then the writer writes this narrative. A first-person narrative mode has been used by the narrator to tell the events from his perspective using the first person like I or we. ਤਾਂ ਬੱਚਿਓ ਇਹ ਪਾਰਟ ਫਸਟ ਪਰਸਨ ਨਰੇਟਿਵ ਵਿੱਚ ਹੈ। ਫਸਟ ਪਰਸਨ ਨਰੇਟਿਵ ਦਾ ਮਤਲਬ ਕਿ ਲੇਖਕ ਖੁਦ ਜਾਂਦਾ ਹੈ ਤੇ ਖੁਦ ਆਪਣੇ ਵੱਲੋਂ ਆਪਣੇ ਵਿਚਾਰ ਮੈਂ ਜਾਂ ਅਸੀਂ ਸ਼ਬਦਾਂ ਨੂੰ ਇਸਤੇਮਾਲ ਕਰਦੇ ਹੋਏ ਲਿਖਦਾ ਹੈ। He had heard a lot about this school. He had not visited the school earlier. ਉਸਨੇ ਇਸ ਸਕੂਲ ਬਾਰੇ ਬਹੁਤ ਸੁਣਿਆ ਹੈ ਤੇ ਇਸ ਸਕੂਲ ਨੂੰ ਹਾਲੇ ਤੱਕ ਉਸਨੇ ਜਾ ਕੇ ਨਹੀਂ ਵੇਖਿਆ ਸੀ। He was curious to learn about the unique scholastic methods of this school. ਉਹ ਜਾਣਨਾ ਚਾਹੁੰਦਾ ਸੀ ਕਿ ਇਸ ਸਕੂਲ ਦੇ ਅਜਿਹੇ ਕਿਹੜੇ ਤਰੀਕੇ ਹਨ ਜਿਸ ਕਾਰਨ ਇਹ ਸਕੂਲ ਇੰਨਾ ਮਸ਼ਹੂਰ ਹੈ। Miss Beam told the author that her school taught normal subjects like any other school. ਸਕੂਲ ਦੇ ਵਿੱਚ ਜਦੋਂ ਉਹ ਜਾ ਕੇ ਸਕੂਲ ਦੀ ਪ੍ਰਿੰਸੀਪਲ ਮਿਸ ਬੀਮ ਨੂੰ ਮਿਲਦੇ ਹਨ ਤਾਂ ਮਿਸ ਬੀਮ ਲੇਖਕ ਨੂੰ ਦੱਸਦੇ ਹਨ ਕਿ ਉਹਨਾਂ ਦਾ ਸਕੂਲ ਆਮ ਸਕੂਲਾਂ ਦੀ ਤਰ੍ਹਾਂ ਹੀ ਬਿਲਕੁਲ ਸਧਾਰਨ ਵਿਸ਼ੇ ਪੜ੍ਹਾਉਂਦਾ ਹੈ ਜਿਵੇਂ ਕਿ ਕੋਈ ਵੀ ਆਮ ਸਧਾਰਨ ਸਕੂਲ ਪੜ੍ਹਾਉਂਦਾ ਹੈ। ਬੱਚੋ ਜਿਵੇਂ ਤੁਸੀਂ ਆਪਣੇ ਸਕੂਲ ਦੇ ਵਿੱਚ ਪੜ੍ਹਦੇ ਹੋ, ਤੁਸੀਂ ਪੰਜਾਬੀ ਪੜ੍ਹਦੇ ਹੋ, ਹਿੰਦੀ ਪੜ੍ਹਦੇ ਹੋ, ਮੈਥਸ ਪੜ੍ਹਦੇ ਹੋ, ਸਾਇੰਸ ਪੜ੍ਹਦੇ ਹੋ, ਸਮਾਜਿਕ ਸਿੱਖਿਆ ਪੜ੍ਹਦੇ ਹੋ, ਉਸ ਸਕੂਲ 'ਚ ਵੀ ਉਵੇਂ ਹੀ ਪੜ੍ਹਾਇਆ ਜਾਂਦਾ ਸੀ। But the real aim of a school was to make the students thoughtful, kind, sympathetic and helpful citizens.
ਲੇਕਿਨ ਉਹ ਸਿਰਫ ਆਪਣੇ ਬੱਚਿਆਂ ਨੂੰ ਕਿਤਾਬੀ ਸਿੱਖਿਆ ਨਹੀਂ ਦੇਣਾ ਚਾਹੁੰਦੇ ਸੀ। ਮਿਸ ਬੀਮ ਕਹਿੰਦੇ ਹਨ ਕਿ ਮੈਂ ਚਾਹੁੰਦੀ ਹਾਂ ਕਿ ਮੇਰੇ ਵਿਦਿਆਰਥੀ ਬਹੁਤ ਹੀ ਥਾਟਫੁਲ ਬਣਨ, ਉਹਨਾਂ ਦੇ ਅੰਦਰ ਸੋਚਣ ਸਮਝਣ ਦੀ ਚੰਗੀ ਸ਼ਕਤੀ ਹੋਵੇ, ਉਹ ਦਿਆਲੂ ਹੋਣ, ਦੂਸਰਿਆਂ ਦੇ ਪ੍ਰਤੀ ਹਮਦਰਦੀ ਰੱਖਦੇ ਹੋਣ ਅਤੇ ਜੇ ਕੋਈ ਉਹਨਾਂ ਨੂੰ ਜ਼ਰੂਰਤਮੰਦ ਦਿਖੇ ਤਾਂ ਉਹਦੀ ਮਦਦ ਕਰਨ ਵਾਲੇ ਨਾਗਰਿਕ ਹੋਣ। She made sure that every child had to observe one blind day, one lame day, one deaf day, and one dumb day to understand the misfortune of others. ਇਸ ਲਈ ਉਹ ਕੋਸ਼ਿਸ਼ ਕਰਦੇ ਹਨ ਕਿ ਮੇਰੇ ਸਕੂਲ 'ਚ ਹਰ ਇੱਕ ਬੱਚਾ, ਕੋਸ਼ਿਸ਼ ਹੀ ਨਹੀਂ ਬਲਕਿ ਇਸ ਚੀਜ਼ ਨੂੰ ਪੱਕਿਆਂ ਕਰਦੇ ਹਨ ਕਿ ਉਹਨਾਂ ਦੇ ਸਕੂਲ ਵਿੱਚ ਹਰ ਇੱਕ ਬੱਚਾ ਇੱਕ ਦਿਨ ਇੱਕ ਅੰਨਾ ਦਿਨ ਬਿਤਾਵੇ, ਇੱਕ ਲੰਗੜਾ ਦਿਨ ਬਿਤਾਵੇ, ਇੱਕ ਗੂੰਗਾ ਦਿਨ ਬਿਤਾਵੇ, ਇੱਕ ਬੋਲਾ ਦਿਨ ਬਿਤਾਵੇ ਤਾਂ ਕਿ ਉਹ ਦੂਸਰਿਆਂ ਦੀ ਇਸ ਤਕਲੀਫ ਨੂੰ ਸਮਝ ਸਕੇ। Miss Beam told the narrator to look out of the window and tell her what he could see. ਫਿਰ ਮਿਸ ਬੀਮ ਲੇਖਕ ਨੂੰ ਕਹਿੰਦੇ ਹਨ ਕਿ ਤੁਸੀਂ ਖਿੜਕੀ ਵਿੱਚੋਂ ਬਾਹਰ ਵੇਖੋ, ਤੁਸੀਂ ਕੀ ਦੇਖ ਪਾ ਰਹੇ ਹੋ। The narrator saw and told Miss Beam that the children were happily playing in the garden. ਤਾਂ ਬਾਹਰ ਵੇਖਿਆ ਨਰੇਟਰ ਨੇ, ਉਹਨੇ ਵੇਖਿਆ ਕਿ ਉੱਥੇ ਬੱਚੇ ਖੁਸ਼ੀ-ਖੁਸ਼ੀ ਖੇਡ ਰਹੇ ਹਨ ਇੱਕ ਬਾਗ 'ਚ, but he was sorry to see that many of them were crippled. ਲੇਕਿਨ ਉਹਨਾਂ ਨੇ ਮਿਸ ਬੀਮ ਨੂੰ ਕਿਹਾ ਕਿ ਮੈਨੂੰ ਦੁੱਖ ਹੈ ਕਿ ਇਹਨਾਂ 'ਚੋਂ ਬਹੁਤ ਸਾਰੇ ਬੱਚੇ ਸਧਾਰਨ ਨਹੀਂ ਹਨ, ਉਹਨਾਂ ਦੇ ਅੰਦਰ ਕੋਈ ਨਾ ਕੋਈ ਸਰੀਰਕ ਕਮੀ ਦਿਖਾਈ ਦੇ ਰਹੀ ਹੈ। ਮਿਸ ਬੀਮ laughed and told that they were not really handicapped, only acting that way. ਇਸ ਗੱਲ 'ਤੇ ਮਿਸ ਬੀਮ ਹੱਸਣ ਲੱਗ ਪਈ ਅਤੇ ਉਹਨਾਂ ਨੇ ਕਿਹਾ ਕਿ ਇਹ ਬੱਚੇ ਸੱਚਮੁੱਚ ਵਿਕਲਾਂਗਤਾ ਦੇ ਸ਼ਿਕਾਰ ਨਹੀਂ ਹਨ, ਉਹ ਤਾਂ ਸਿਰਫ ਇਸ ਤਰ੍ਹਾਂ ਦਾ ਅਭਿਨੈ ਕਰ ਰਹੇ ਹਨ। She told that this was the unique style of teaching in their school that the narrator had heard about. ਮਿਸ ਬੀਮ ਨੇ ਕਿਹਾ ਕਿ ਇਹੀ ਤਾਂ ਉਹਨਾਂ ਦੇ ਸਕੂਲ ਦਾ ਇੱਕ ਵੱਖਰਾ ਪੜ੍ਹਾਉਣ ਦਾ ਤਰੀਕਾ ਹੈ ਜਿਸ ਕਾਰਨ ਤੁਸੀਂ ਇਸ ਸਕੂਲ ਦਾ ਇੰਨਾ ਨਾਂ ਸੁਣਿਆ ਹੈ। Every student had to observe a blind day, a deaf day, dumb day and lame day and others had to help them. ਉਹ ਕਹਿੰਦੇ ਹਨ ਕਿ ਸਾਡੇ ਸਕੂਲ 'ਚ ਹਰ ਵਿਦਿਆਰਥੀ ਨੂੰ ਇੱਕ ਦਿਨ ਅੰਨੇ ਦੀ ਤਰ੍ਹਾਂ ਰਹਿਣਾ ਪੈਂਦਾ ਹੈ, ਇੱਕ ਦਿਨ ਬੋਲੇ ਦੀ ਤਰ੍ਹਾਂ, ਇੱਕ ਦਿਨ ਗੂੰਗੇ ਦੀ ਤਰ੍ਹਾਂ, ਲੰਗੜੇ ਦੀ ਤਰ੍ਹਾਂ ਅਤੇ ਬਾਕੀ ਵਿਦਿਆਰਥੀਆਂ ਨੇ ਉਹਨਾਂ ਦੀ ਮਦਦ ਕਰਨੀ ਹੁੰਦੀ ਹੈ। It was educative to both the actor as well as the helper. They understand the misfortune of others in a better way. Then she led the author to a blindfolded girl. ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੋਨਾਂ ਨੂੰ ਹੀ ਭਰਪੂਰ ਸਿੱਖਿਆ ਮਿਲਦੀ ਹੈ। ਜੋ ਵਿਦਿਆਰਥੀ ਇੱਕ ਅੰਨੇ ਦੇ ਤੌਰ 'ਤੇ ਦਿਨ ਬਿਤਾ ਰਿਹਾ ਹੈ ਅਤੇ ਬਾਕੀ ਜੋ ਉਸਦੀ ਮਦਦ ਕਰ ਰਹੇ ਹਨ, ਇਸ ਨਾਲ ਦੋਵਾਂ ਨੂੰ ਹੀ ਉਹਨਾਂ ਹਾਲਾਤਾਂ 'ਚ ਤਕਲੀਫ ਨੂੰ ਸਮਝਣ ਦਾ ਮੌਕਾ ਮਿਲਦਾ ਹੈ। ਫਿਰ ਮਿਸ ਬੀਮ ਲੇਖਕ ਨੂੰ ਇੱਕ ਅੱਖਾਂ 'ਤੇ ਪੱਟੀ ਬੰਨੀ ਹੋਈ ਇੱਕ ਲੜਕੀ ਕੋਲ ਲੈ ਕੇ ਜਾਂਦੇ ਹਨ। The girl told the author that the blind day was the most difficult day of all. ਉਸ ਲੇਖਕ ਨੇ ਲੜਕੀ ਨੂੰ ਪੁੱਛਿਆ ਕਿ ਕੀ ਤੁਸੀਂ ਇਸ ਪੱਟੀ ਵਿੱਚੋਂ ਬਾਹਰ ਤਾਂ ਨਹੀਂ ਵੇਖਦੇ? ਤਾਂ ਲੜਕੀ ਕਹਿੰਦੀ ਹੈ ਕਿ ਨਹੀਂ ਸਰ, ਫਿਰ ਇਹ ਬੇਈਮਾਨੀ ਹੋ ਗਈ। ਅਤੇ ਉਸ ਲੜਕੀ ਨੇ ਲੇਖਕ ਨੂੰ ਇਹ ਵੀ ਦੱਸਿਆ ਕਿ ਬਲਾਈਂਡ ਡੇ ਜੋ ਅੰਨੇ ਰਹਿਣ ਵਾਲਾ ਦਿਨ ਹੈ ਉਹ ਮੋਸਟ ਡਿਫਿਕਲਟ ਯਾਨੀ ਕਿ ਸਭ ਤੋਂ ਜ਼ਿਆਦਾ ਔਖਾ ਦਿਨ ਹੈ। She told that she had headache by dodging things that were not there. She was afraid of any hurt. ਉਹ ਕਹਿੰਦੀ ਕਿ ਸਾਰਾ ਦਿਨ ਚੀਜ਼ਾਂ ਨੂੰ ਟੋਂਦੇ ਰਹਿਣ ਨਾਲ ਜਿਹੜੀਆਂ ਕਿ ਉੱਥੇ ਹੁੰਦੀਆਂ ਵੀ ਨਹੀਂ, ਮੈਂ ਡਰਦੀ ਰਹਿੰਦੀ ਹਾਂ ਕਿ ਮੈਂ ਕਿਸੇ ਚੀਜ਼ 'ਚ ਨਾ ਵੱਜਾਂ, ਇਸ ਕਾਰਨ ਮੇਰਾ ਸਿਰ ਦੁਖਣ ਲੱਗ ਪਿਆ। Her guides were kind to her, but she could understand the pain of blind people better now. ਉਹ ਲੜਕੀ ਅਨੁਸਾਰ ਉਸ ਨੂੰ ਰਾਹ ਦਿਖਾਉਣ ਵਾਲੇ ਜੋ ਬੱਚੇ ਗਾਈਡ ਸਨ ਉਹ ਉਸ ਨਾਲ ਬੜੇ ਦਿਆਲਤਾ ਭਰਿਆ ਵਿਵਹਾਰ ਕਰ ਰਹੇ ਸਨ, ਲੇਕਿਨ ਹੁਣ ਜਿੰਨਾ ਦੁੱਖ ਉਹ ਇੱਕ ਅੰਨੇ ਵਿਅਕਤੀ ਦਾ ਸਮਝ ਸਕਦੀ ਹੈ ਸ਼ਾਇਦ ਉਹ ਬੱਚੇ ਨਹੀਂ ਸਮਝ ਸਕਦੇ ਜਿਨ੍ਹਾਂ ਨੇ ਹਲੇ ਬਲਾਈਂਡ ਦੇ ਨਹੀਂ ਦੇਖਿਆ। The narrator was amazed to see this wonderful school and said that Miss Beam was an asset to the society. ਲੇਖਕ ਇਹ ਸਕੂਲ ਦੇਖ ਕੇ ਬਿਲਕੁਲ ਹੀ ਹੈਰਾਨ ਰਹਿ ਗਿਆ ਅਤੇ ਉਸਨੇ ਕਿਹਾ ਕਿ ਮਿਸ ਬੀਮ ਵਰਗੇ ਲੋਕ
ਇਸ ਸਮਾਜ ਦਾ ਸਰਮਾਇਆ ਹਨ। Now students, let's discuss the important short answer type question answers out of this lesson. First question, as you can also read and answer it with me, what does the author tell us about Miss Beam? ਲੇਖਕ ਮਿਸ ਬੀਮ ਬਾਰੇ ਸਾਨੂੰ ਕੀ ਦੱਸਦੇ ਹਨ? The author told us about Miss Beam that she was middle-aged, kind, authoritative, understanding and had a plump figure. ਉਹਨਾਂ ਨੇ ਸਾਨੂੰ ਦੱਸਿਆ ਕਿ ਮਿਸ ਬੀਮ ਇੱਕ ਅਧਖੜ ਉਮਰ ਦੀ, ਦਿਆਲੂ, ਰੋਬਦਾਰ, ਦੂਸਰਿਆਂ ਦੀ ਗੱਲ ਸਮਝਣ ਵਾਲੀ ਅਤੇ ਮਾਂ ਵਰਗੀ ਇੱਕ ਪਲੰਪ ਬੇਟੇ ਕਿਹਾ ਜਾਂਦਾ ਹੈ ਜੋ ਥੋੜ੍ਹੇ ਮੋਟੇ ਇਨਸਾਨ ਹੁੰਦੇ ਨੇ, ਤਾਂ ਉਸ ਨੂੰ ਵੇਖ ਕੇ ਮਾਂ ਵਰਗਾ ਮਹਿਸੂਸ ਹੁੰਦਾ ਸੀ। What was the real aim of Miss Beam's school? ਤਾਂ ਮਿਸ ਬੀਮ ਦੇ ਸਕੂਲ ਦਾ ਅਸਲੀ ਮਕਸਦ ਕੀ ਸੀ? ਅਸੀਂ ਹੁਣੇ ਪੜ੍ਹ ਕੇ ਹਟੇ ਹਾਂ। The real aim of school was to instill thoughtfulness, humanity and good citizenship in the growing minds of the students. ਜਿਹੜੇ ਉਸ ਸਕੂਲ ਦੇ ਵਿਦਿਆਰਥੀ ਸਨ ਜਿਨ੍ਹਾਂ ਦੇ ਦਿਮਾਗ ਨਵੀਆਂ ਸੋਚਾਂ ਦੇ ਨਾਲ ਵਿਕਸਿਤ ਹੋ ਰਹੇ ਹਨ, ਤਾਂ ਉਹਨਾਂ ਵਿਦਿਆਰਥੀਆਂ ਦੇ ਅੰਦਰ ਚੰਗੀ ਸੋਚ ਪੈਦਾ ਕਰਨਾ, ਇਨਸਾਨੀਅਤ ਪੈਦਾ ਕਰਨਾ ਅਤੇ ਚੰਗੀ ਨਾਗਰਿਕਤਾ ਪੈਦਾ ਕਰਨਾ ਇਹ ਸਕੂਲ ਦਾ ਏਮ ਸੀ, ਇਸ ਸਕੂਲ ਦਾ ਇੱਕ ਟੀਚਾ ਸੀ। Question number 3. Why did author feel sorry for some of the children? ਕੁਝ ਬੱਚਿਆਂ ਲਈ ਲੇਖਕ ਨੂੰ ਦੁੱਖ ਕਿਉਂ ਹੋਇਆ ਅਤੇ ਉਸਨੇ ਅਫਸੋਸ ਕਿਉਂ ਪ੍ਰਗਟ ਕੀਤਾ? ਯਾਦ ਕਰੋ। When the author noticed that all the children playing in the ground were not normal and a few were hopeless cripple, he felt sorry. ਜਦੋਂ ਲੇਖਕ ਨੇ ਵੇਖਿਆ ਕਿ ਗਾਰਡਨ ਵਿੱਚ ਖੇਡਣ ਵਾਲੇ ਸਾਰੇ ਬੱਚੇ ਸਿਹਤਯਾਬ ਨਹੀਂ ਹਨ ਅਤੇ ਉਹਨਾਂ ਵਿੱਚੋਂ ਕੁਝ ਬੱਚਿਆਂ ਦੇ ਅੰਦਰ ਸਰੀਰਕ ਕਮੀ ਹੈ, ਤਾਂ ਉਸ ਨੂੰ ਅਫਸੋਸ ਹੋਇਆ। Number 4. Were the children playing in the ground really physically handicapped? ਕੀ ਉਹ ਬੱਚੇ ਸੱਚਮੁੱਚ ਸਰੀਰਕ ਤੌਰ 'ਤੇ ਅਪੰਗ ਸਨ? No, they were normal. They were just acting as physically handicapped. ਨਹੀਂ, ਉਹ ਬਿਲਕੁਲ ਸਧਾਰਨ ਸਵਸਥ ਬੱਚੇ ਸਨ। ਉਹ ਤਾਂ ਸਿਰਫ ਆਪਣੇ ਆਪ ਨੂੰ ਇੱਕ ਦਿਨ ਅਜਿਹਾ ਅਪੰਗ ਤੌਰ 'ਤੇ ਦੇ ਰਹੇ ਸਨ ਤਾਂ ਕਿ ਉਹ ਦੂਸਰਿਆਂ ਦਾ ਦੁੱਖ ਸਮਝ ਸਕਣ। Number 5. Why were the children acting to be blind, deaf or lame? ਕਿਉਂ ਇਹ ਬੱਚੇ ਇੱਕ ਅੰਨੇ, ਗੂੰਗੇ ਜਾਂ ਲੰਗੜੇ ਦੀ ਤਰ੍ਹਾਂ ਜਾਂ ਇੱਕ ਬੋਲੇ ਦੀ ਤਰ੍ਹਾਂ ਮਹਿਸੂਸ ਕਰਕੇ ਅਭਿਨੈ ਕਰ ਰਹੇ ਸਨ? They were acting to be blind, deaf or lame in order to get a real appreciation and understanding of misfortune of others. ਉਹ ਅਜਿਹਾ ਇਸ ਲਈ ਕਰ ਰਹੇ ਸਨ ਤਾਂ ਕਿ ਉਹ ਦੂਸਰਿਆਂ ਦੇ ਦੁੱਖ ਨੂੰ, ਤਕਲੀਫ ਨੂੰ ਸਮਝ ਸਕਣ ਅਤੇ ਉਹਨਾਂ ਦੀ ਮਦਦ ਕਰਨ ਦੇ ਕਾਬਿਲ ਬਣ ਸਕਣ। ਇਸ ਲਈ ਉਹ ਅੰਨੇ, ਗੂੰਗੇ ਜਾਂ ਲੰਗੜੇ ਦੇ ਤੌਰ 'ਤੇ ਅਭਿਨੈ ਕਰ ਰਹੇ ਸਨ। What is the educative value of a blind, deaf or a lame day? ਇਸ ਤਰ੍ਹਾਂ ਅੰਨਾ, ਬੋਲਾ ਜਾਂ ਲੰਗੜਾ ਦਿਨ ਬਿਤਾਉਣ ਨਾਲ ਉਹਨਾਂ ਨੂੰ ਕੀ ਸਿੱਖਿਆ ਮਿਲਦੀ ਸੀ? It makes the students able to understand the misfortune of others and be empathetic and helpful to them. ਇਸ ਤਰ੍ਹਾਂ ਉਹਨਾਂ ਬੱਚਿਆਂ ਨੂੰ ਦੂਸਰਿਆਂ ਦੀ ਬਦਕਿਸਮਤੀ ਅਤੇ ਕਮੀ ਨੂੰ ਸਮਝਣ ਦਾ ਮੌਕਾ ਮਿਲਦਾ ਸੀ ਅਤੇ ਉਹ ਦੂਸਰਿਆਂ ਦੇ ਪ੍ਰਤੀ ਹਮਦਰਦ ਬਣਦੇ ਸਨ ਅਤੇ ਅੱਗੇ ਵੱਧ ਕੇ ਉਹਨਾਂ ਦੇ ਦੁੱਖ ਨੂੰ ਮਹਿਸੂਸ ਕਰਦੇ ਹੋਏ ਉਹਨਾਂ ਦੀ ਮਦਦ ਕਰਨ ਲਈ ਤਿਆਰ ਹੋ ਜਾਂਦੇ ਸਨ। Question number 7. Which day was the most difficult for the children? ਕਿਹੜਾ ਦਿਨ ਬੱਚਿਆਂ ਨੂੰ ਸਭ ਤੋਂ ਔਖਾ ਲੱਗਦਾ ਸੀ? The blind day was the most difficult day for children. ਅੰਨਾ ਬਣ ਕੇ ਰਹਿਣ ਵਾਲਾ ਦਿਨ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਔਖਾ ਲੱਗਦਾ ਸੀ। Question number 8.
Who did Miss Beam led the author to? I'm sorry. Who did Miss Beam lead the author to? Miss Beam लेखक ਨੂੰ किस कोल लेके गए? Miss Beam led the author to one of the bandaged girls. She was observing her blind day. ਉਸ ਦਿਨ ਕਈ ਬੱਚੇ ਆਪਣਾ ਅੰਨਾ ਦਿਨ ਜਿਉ ਰਹੇ ਸਨ। ਉਹਨਾਂ ਵਿੱਚੋਂ ਹੀ ਇੱਕ ਲੜਕੀ ਜਿਸ ਦੇ ਅੱਖਾਂ 'ਤੇ ਪੱਟੀ ਬੰਨੀ ਸੀ ਅਤੇ ਉਹ ਆਪਣਾ ਬਲਾਈਂਡ ਡੇ ਜੀ ਰਹੀ ਸੀ, ਉਸ ਕੋਲ ਮਿਸ ਬੀਮ ਲੇਖਕ ਨੂੰ ਲੈ ਕੇ ਗਏ। Question number 9. How did the girl with the bandaged eyes feel on her blind day? ਲੇਖਕ ਨੂੰ ਅੱਖਾਂ 'ਤੇ ਪੱਟੀ ਬੰਨੇ ਹੋਏ ਉਸ ਲੜਕੀ ਕੋਲ ਜਾ ਕੇ ਕਿਸ ਤਰ੍ਹਾਂ ਦਾ ਕੀ ਪਤਾ ਲੱਗਿਆ ਕਿ ਉਹ ਲੜਕੀ ਕੀ ਮਹਿਸੂਸ ਕਰ ਰਹੀ ਸੀ? The girl with the bandaged eyes was feeling terrible. ਉਹ ਅੱਖਾਂ 'ਤੇ ਪੱਟੀ ਬੰਨੀ ਹੋਈ ਅੰਨੀ ਲੜਕੀ ਬਹੁਤ ਤਕਲੀਫ ਅਤੇ ਦੁੱਖ ਮਹਿਸੂਸ ਕਰ ਰਹੀ ਸੀ। She had a headache due to dodging things that were not there. ਚੀਜ਼ਾਂ ਨੂੰ ਟੋ ਕੇ ਜਿਹੜੀਆਂ ਕਿ ਉੱਥੇ ਹੈ ਵੀ ਨਹੀਂ ਸੀ, ਉਸਦਾ ਸਿਰ ਦੁਖਣ ਲੱਗ ਪਿਆ ਸੀ। Question number 10. What does the girl tell the author about her guides? ਲੜਕੀ ਨੇ ਆਪਣੇ ਗਾਈਡਸ ਬਾਰੇ, ਆਪਣੇ ਮਾਰਗਦਰਸ਼ਨ ਦੇਣ ਵਾਲੇ ਲੋਕਾਂ ਬਾਰੇ ਲੇਖਕ ਨੂੰ ਕੀ ਦੱਸਿਆ? She told that the guides were kind to her. ਉਸਨੇ ਦੱਸਿਆ ਕਿ ਉਸ ਦੇ ਮਾਰਗਦਰਸ਼ਨ ਦੇਣ ਵਾਲੇ ਬੱਚੇ ਉਸ ਨਾਲ ਦਿਆਲੂ ਹਨ। What, according to the girl with the bandaged eyes, is almost a fun? ਉਸ ਲੜਕੀ ਨੇ ਕਿਸ ਦਿਨ ਨੂੰ ਬਿਲਕੁਲ ਮਜ਼ੇਦਾਰ ਦਿਨ ਕਿਹਾ? She tells the narrator that the lame day is almost a fun for children. ਉਹ ਕਹਿੰਦੀ ਹੈ ਕਿ ਲੰਗੜਾ ਦਿਨ ਲਗਭਗ ਸਾਰੇ ਬੱਚਿਆਂ ਨੂੰ ਬਹੁਤ ਵਧੀਆ ਲੱਗਦਾ ਹੈ। ਤੁਹਾਨੂੰ ਪਤਾ ਨਾ ਬੱਚਿਓ ਕਿ ਬੱਚੇ ਆਮ ਤੌਰ 'ਤੇ ਲੰਗੜੀ ਲੱਤ ਦੀ ਖੇਡ ਵੀ ਖੇਡਦੇ ਹਨ, so they enjoy it. Question number 12. Why does she say that her head aches all time on her blind day? ਉਸਨੇ ਇਹ ਕਿਉਂ ਕਿਹਾ ਕਿ ਬਲਾਈਂਡ ਡੇ ਜਿਸ ਦਿਨ ਹੁੰਦਾ ਸਾਰਾ ਦਿਨ ਉਸਦਾ ਸਿਰ ਦੁਖਦਾ ਰਹਿੰਦਾ ਹੈ? Her head aches all the time to dodge the things that were not even there. ਉਸਨੂੰ ਤੁਰਨ ਲੱਗਿਆਂ ਸਾਰਾ ਆਲਾ ਦੁਆਲਾ ਟੋਣਾ ਪੈਂਦਾ ਹੈ। ਕੋਈ ਚੀਜ਼ ਨਹੀਂ ਵੀ ਹੁੰਦੀ ਪਰ ਲੱਭਦੇ ਉਹਨਾਂ ਚੀਜ਼ਾਂ ਨੂੰ ਟੋਂਦੇ ਉਹਦਾ ਸਿਰ ਦੁਖਦਾ ਹੈ। She feels that something might hurt her. ਉਸਨੂੰ ਇਹ ਵੀ ਡਰ ਲੱਗਿਆ ਰਹਿੰਦਾ ਹੈ ਕਿ ਕਿਸੇ ਚੀਜ਼ ਦੇ ਵਿੱਚ ਵੱਜ ਕੇ ਉਸਨੂੰ ਸੱਟ ਨਾ ਲੱਗ ਜਾਵੇ। Question 13. What does the girl with the bandaged eyes tell the author about the head girl? Head girl ਬਾਰੇ ਉਹ ਲੇਖਕ ਨੂੰ ਕੀ ਦੱਸਦੀ ਹੈ? She tells that the head girl was awfully decent. ਉਹ ਦੱਸਦੀ ਹੈ ਕਿ head girl ਜੋ ਉਸ ਪੂਰੇ ਸਕੂਲ ਨੂੰ ਹੈਡ ਕਰਦੀ ਹੈ ਬਹੁਤ ਹੀ ਨੇਕ ਲੜਕੀ ਹੈ। 14th. What does she say about the gardener? ਮਾਲੀ ਨੂੰ ਵੇਖਦਿਆਂ ਮਾਲੀ ਬਾਰੇ ਪੁੱਛੇ ਜਾਣ 'ਤੇ ਉਹ ਕੀ ਦੱਸਦੀ ਹੈ? She says that the gardener is hundreds of years old. ਉਹ ਹੱਸ ਕੇ ਮਜ਼ਾਕ 'ਚ ਕਹਿੰਦੀ ਹੈ ਕਿ ਇਹ ਮਾਲੀ ਇੰਨਾ ਬੁੱਢਾ ਹੈ ਕਿ ਕਈ ਸੌ ਸਾਲ ਪੁਰਾਣਾ ਹੈ। What made Miss Beam think that there was something in her system? ਕਿਹੜੀ ਇੱਕ ਚੀਜ਼ ਨਾਲ ਮਿਸ ਬੀਮ ਨੇ ਕਿਹਾ ਫਿਰ ਕੁਝ ਨਾ ਕੁਝ ਤਾਂ ਮੇਰੇ ਇਸ ਸਕੂਲ ਦੀ ਖਾਸੀਅਤ ਹੈ। When Miss Beam came to release the narrator, he said that he was sorry to go. Then Miss Beam said these words. ਜਦੋਂ ਲੇਖਕ ਦੇ ਜਾਣ ਦਾ ਸਮਾਂ ਆਇਆ ਤਾਂ ਲੇਖਕ ਨੇ ਕਿਹਾ ਕਿ ਉਸ ਦਾ ਜੀ ਨਹੀਂ ਕਰ ਰਿਹਾ ਇੱਥੋਂ ਜਾਣ ਦਾ, ਤਾਂ ਮਿਸ ਬੀਮ ਨੇ ਹੱਸ ਕੇ ਕਿਹਾ ਫਿਰ ਕੋਈ ਤਾਂ ਗੱਲ ਹੈ ਮੇਰੇ ਸਕੂਲ ਦੇ ਵਿੱਚ। Coming over to the important long question, my dear students, we have two important long questions and first question is in front of you. Give a brief character sketch of Miss Beam. After understanding the character sketch, you should make a mind map of this question. ਬੱਚਿਓ ਮਿਸ ਬੀਮ ਦਾ ਕਰੈਕਟਰ ਸਕੈਚ ਪਹਿਲਾ ਲੌਂਗ ਕੁਐਸਚਨ ਹੈ ਇਸ ਪਾਰਟ ਵਿੱਚੋਂ। ਤੁਸੀਂ ਇਸ ਦਾ ਮਾਈਂਡ ਮੈਪ ਬਣਾਉਣ ਦਾ ਅਭਿਆਸ ਵੀ ਜ਼ਰੂਰ ਕਰਨਾ। Miss Beam was a visionary director of a unique school famous as the School for Sympathy. ਜਿਵੇਂ ਕਿ ਹੁਣ ਤੱਕ ਤੁਸੀਂ ਸਮਝ ਗਏ ਸਕੂਲ ਫॉर ਸਿੰਪਥੀ ਦੀ ਵਿਜ਼ਨਰੀ ਡਾਇਰੈਕਟਰ। ਵਿਜ਼ਨਰੀ ਡਾਇਰੈਕਟਰ ਦਾ ਮਤਲਬ ਹੁੰਦਾ ਹੈ ਇੱਕ ਅਜਿਹੀ ਸੰਚਾਲਕ ਜਿਸ ਦੇ ਮਨ ਦੇ ਵਿੱਚ ਇੱਕ ਖ਼ਾਬ ਹੈ ਕਿ ਕਿਸ ਤਰ੍ਹਾਂ ਦਾ ਕੰਮ ਮੈਂ ਆਪਣੇ ਵਿਦਿਆਰਥੀਆਂ ਨਾਲ ਕਰਨਾ ਹੈ। The narrator describes her to be a middle-aged, kind, authoritative and understanding woman.
ਜਿਸ ਤਰ੍ਹਾਂ ਕਿ ਆਪਾਂ ਪੜ੍ਹ ਕੇ ਹਟਿਆ ਕਿ ਲੇਖਕ ਨੇ ਉਸਨੂੰ ਕੀ ਦੱਸਿਆ ਕਿ ਉਹ ਇੱਕ ਅਧਖੜ ਉਮਰ ਦੀ ਬਹੁਤ ਹੀ ਦਿਆਲੂ, ਰੋਬਦਾਰ ਅਤੇ ਦੂਸਰਿਆਂ ਦੀ ਗੱਲ ਸਮਝਣ ਵਾਲੀ ਔਰਤ ਹੈ। ਹਰ ਫਿਗਰ ਵਾਜ਼ ਮਦਰਲੀ ਐਂਡ ਪਲੰਪ ਵਿਚ ਵਾਜ਼ ਸੂਦਿੰਗ ਟੂ ਹੋਮ ਸਿਕ ਚਿਲਡਰਨ। ਜਿਵੇਂ ਇੱਕ ਮਾਂ ਹੁੰਦੀ ਹੈ, ਥੋੜ੍ਹੀ ਮੋਟੀ ਅਤੇ ਪਿਆਰ ਨਾਲ, ਸਨੇਹ ਨਾਲ ਭਰੀ ਹੋਈ, ਬਿਲਕੁਲ ਉਵੇਂ ਹੀ ਮਿਸ ਬੀਮ ਸਨ। ਤਾਂ ਉਹ ਬੋਰਡਿੰਗ ਸਕੂਲ ਸੀ, ਜਿਹੜੇ ਬੱਚੇ ਘਰੋਂ ਦੂਰ ਰਹਿ ਰਹੇ ਸਨ ਉਹਨਾਂ ਨੂੰ ਮਾਂ ਵਰਗੀ ਹੀ ਲੱਗਦੀ ਸੀ। She wanted to make her students thoughtful, helpful, empathetic and good citizens। ਉਹਨਾਂ ਦਾ ਮਕਸਦ ਕੀ ਸੀ ਕਿ ਮੇਰੇ ਵਿਦਿਆਰਥੀ ਬਹੁਤ ਹੀ ਵਿਚਾਰਸ਼ੀਲ, ਬਹੁਤ ਦੂਸਰਿਆਂ ਦੀ ਮਦਦ ਕਰਨ ਵਾਲੇ, ਦੂਸਰਿਆਂ ਦੇ ਦੁੱਖ 'ਚ ਸ਼ਾਮਿਲ ਹੋਣ ਵਾਲੇ ਅਤੇ ਚੰਗੇ ਨਾਗਰਿਕ ਬਣਨ। To achieve the same, she made it compulsory for every student to observe a blind day, deaf day, dumb day and lame day। ਹੁਣ ਤੁਸੀਂ ਸਮਝ ਹੀ ਗਏ ਕਿ ਇਸ ਟੀਚੇ ਨੂੰ ਪੂਰਾ ਕਰਨ ਲਈ ਹਰ ਇੱਕ ਵਿਦਿਆਰਥੀ ਨੂੰ ਇੱਕ ਦਿਨ ਕਿਸੇ ਨਾ ਕਿਸੇ ਅਪੰਗਤਾ ਨਾਲ ਬਿਤਾਉਣਾ ਪੈਂਦਾ ਸੀ। ਦ ਅਦਰਸ ਹੈਡ ਟੂ ਗਾਈਡ ਦੈਮ। ਦੂਸਰੇ ਬੱਚਿਆਂ ਨੂੰ ਉਹਨਾਂ ਦੀ ਮਦਦ ਕਰਨੀ ਪੈਂਦੀ ਸੀ। ਇਨ ਦਿਸ ਵੇ ਦ ਐਕਟਰ ਐਂਡ ਦ ਹੈਲਪਰ ਬੋਥ ਵਰ ਐਜੂਕੇਟਿਡ ਟੂ ਅੰਡਰਸਟੈਂਡ ਦ ਮਿਸਫੋਰਚੂਨ ਆਫ ਅਦਰਸ। ਇਸ ਤਰ੍ਹਾਂ ਜੋ ਉਹ ਦਿਨ ਬਿਤਾਉਂਦਾ ਸੀ ਅਤੇ ਜੋ ਉਸ ਦੀ ਮਦਦ ਕਰਦੇ ਸੀ, ਦੋਵਾਂ ਨੂੰ ਹੀ ਸਿੱਖਿਆ ਮਿਲਦੀ ਸੀ ਕਿ ਉਹ ਦੂਸਰਿਆਂ ਦੇ ਦੁੱਖ ਨੂੰ ਸਮਝ ਸਕਣ। This unique style made her an asset to the society। ਇਸ ਤਰ੍ਹਾਂ ਵੱਖਰੀ ਸਿੱਖਿਆ ਦੇ ਕੇ ਉਹ ਸਮਾਜ ਲਈ ਇੱਕ ਸਰਮਾਇਆ ਬਣ ਚੁੱਕੀ ਸੀ। Second question, what is the theme of the lesson, The School for Sympathy? ਬੱਚਿਓ, ਇਸ ਥੀਮ ਦਾ ਵੀ ਤੁਸੀਂ ਮਾਈਂਡ ਮੈਪ ਬਣਾ ਸਕਦੇ ਹੋ। Okay, let us discuss। The School for Sympathy was famous for its unique education। ਸੋ ਸਕੂਲ ਫॉर ਸਿੰਪਥੀ ਦੀ ਖਾਸੀਅਤ ਕੀ ਸੀ ਕਿ ਇਸ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਸਿੱਖਿਆ ਦਿੱਤੀ ਜਾ ਰਹੀ ਸੀ। ਦ ਨਰੇਟਰ ਵਿਜ਼ਿਟਡ ਦਿਸ ਸਕੂਲ ਡਿਊ ਟੂ ਕਿਊਰੀਓਸਿਟੀ। ਇਸ ਸਕੂਲ ਬਾਰੇ ਇੰਨਾ ਸੁਣਿਆ ਕਿ ਉਤਸੁਕਤਾ ਵਸ ਲੇਖਕ ਇਸ ਨੂੰ ਵੇਖਣ ਗਿਆ ਸੀ। ਮਿਸ ਬੀਮ ਵਾਜ਼ ਦ ਡਾਇਰੈਕਟਰ ਦੇਅਰ। ਉੱਥੇ ਸੰਚਾਲਕ ਕੌਣ ਸੀ? ਸ਼੍ਰੀਮਤੀ ਬੀਮ। She wanted to make her children thoughtful, helpful, empathetic and good citizens। ਉਹ ਚਾਹੁੰਦੇ ਸਨ ਕਿ ਮੇਰੇ ਬੱਚੇ ਵਿਚਾਰਸ਼ੀਲ, ਮਦਦ ਕਰਨ ਵਾਲੇ, ਦੂਸਰਿਆਂ ਦੇ ਦੁੱਖ 'ਚ ਸ਼ਾਮਿਲ ਹੋਣ ਵਾਲੇ ਅਤੇ ਚੰਗੇ ਨਾਗਰਿਕ ਬਣਨ। To achieve the same, she ensured that every student observed a blind day, deaf day, dumb day and lame day। ਇਸ ਲਈ ਉਹਨਾਂ ਨੇ ਇਹ ਪੱਕਿਆਂ ਕੀਤਾ ਕਿ ਹਰ ਵਿਦਿਆਰਥੀ ਇਸ ਤਰ੍ਹਾਂ ਦੇ ਇੱਕ ਦਿਨ ਨੂੰ ਬਿਤਾਏ। ਦ ਅਦਰਸ ਹੈਡ ਟੂ ਗਾਈਡ ਦੈਮ। ਦੂਸਰੇ ਉਹਨਾਂ ਦੀ ਮਦਦ ਕਰਨ। ਇਸ ਤਰ੍ਹਾਂ ਬੋਥ ਆਰ ਐਜੂਕੇਟਿਡ ਟੂ ਅੰਡਰਸਟੈਂਡ ਦ ਮਿਸਫੋਰਚੂਨ ਆਫ ਅਦਰ। ਦੋਵਾਂ ਨੂੰ ਹੀ ਦੂਸਰਿਆਂ ਦੀ ਤਕਲੀਫ ਨੂੰ ਸਮਝਣ 'ਚ ਮਦਦ ਮਿਲੇਗੀ। Now students, we have gone through the complete chapter। As you can see the pictures in front of you, this is a revision exercise for you after learning the whole chapter। In the activity 1, you can see a picture which is exactly like the picture of Miss Beam described by the author। ਪਹਿਲੀ ਤਸਵੀਰ ਐਕਟੀਵਿਟੀ 1 'ਚ ਤੁਸੀਂ ਦੇਖ ਰਹੇ ਹੋ ਕਿ ਇੱਕ ਤਸਵੀਰ ਹੈ ਜਿਸ ਦੇ ਵਿੱਚ ਕਿ ਉਹ ਸਾਰੀਆਂ ਗੁਣ ਲਿਖੇ ਗਏ ਹਨ ਜਿਵੇਂ ਕਿ ਮਿਸ ਬੀਮ ਬਾਰੇ ਲੇਖਕ ਨੇ ਦੱਸੇ ਹਨ। ਤੁਸੀਂ ਇਸ ਤਸਵੀਰ ਨੂੰ ਡਿਸਕ੍ਰਾਈਬ ਕਰਨਾ ਹੈ। ਇੱਕ ਛੋਟਾ ਜਿਹਾ ਪੈਰਾਗ੍ਰਾਫ ਲਿਖਣਾ ਹੈ। ਇਸ 'ਚ ਤੁਹਾਨੂੰ ਸ਼ਬਦ ਮਿਲੇ ਹਨ ਮਿਡਲ ਏਜਡ, ਅਧਖੜ ਉਮਰ, ਫੁੱਲ ਆਫ ਅਥਾਰਟੀ, ਰੂਪਦਾਰ, ਕਾਈਂਡ ਐਂਡ ਹੈਲਪਿੰਗ, ਦਿਆਲੂ ਅਤੇ ਦੂਜਿਆਂ ਦੀ ਮਦਦ ਕਰਨ ਵਾਲੀ, ਅੰਡਰਸਟੈਂਡਿੰਗ, ਦੂਜਿਆਂ ਦੀ ਗੱਲ ਅਤੇ ਦੁੱਖ ਤਕਲੀਫ ਨੂੰ ਸਮਝਣ ਵਾਲੀ, ਗ੍ਰੇ ਹੈਰ, ਉਹਨਾਂ ਦੇ ਸਫੇਦ ਵਾਲ ਸਨ, ਪਲੰਪ ਫਿਗਰ ਅਤੇ ਉਹਨਾਂ ਦਾ ਸਰੀਰ ਮੋਟਾ ਸੀ। ਇਨ ਦ ਸੈਕਿੰਡ ਪਿਕਚਰ ਯੂ ਕੈਨ ਸੀ ਹੈਲਪ ਵਨ ਅਨਦਰ। ਦੂਸਰੀ ਤਸਵੀਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਲਿਖਿਆ ਜਾ ਰਿਹਾ ਹੈ ਇੱਕ ਦੂਸਰੇ ਦੀ ਮਦਦ ਕਰੋ। ਤੁਸੀਂ ਇਸ ਨੂੰ ਡਿਸਕ੍ਰਾਈਬ ਕਰਨਾ ਹੈ। ਇਨ ਦ ਥਰਡ ਪਿਕਚਰ ਯੂ ਕੈਨ ਸੀ ਮੈਨੀ ਸਬਜੈਕਟਸ, ਮੈਥਮੈਟਿਕਸ, ਇੰਗਲਿਸ਼ ਐਂਡ ਚਿਲਡਰਨ ਆਰ ਸਟੱਡਿੰਗ ਮੈਨੀ ਸਬਜੈਕਟਸ। ਤਾਂ ਤੁਸੀਂ ਇਸ ਦੇ ਬਾਰੇ 2-3 ਲਾਈਨਾਂ ਲਿਖੋਗੇ। ਦੈਨ ਦ ਰੀਅਲ ਏਮ to teach thoughtfulness, humanity, kindness, citizenship, and you have to describe this picture। Respecting the differently abled, and all the days have been written। So my dear students, thank you so much for listening patiently and giving me your time। Note down everything in your notebooks and share with your teachers so that your teachers can guide you
if there is any difficulty, please stay safe, stay home. Thank you.